ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ 1930 ਦੇ ਵਿੱਚ ਲਾਹੌਰ ਦੀ ਸੈਂਟਰਲ ਜੇਲ੍ਹ ਤੋਂ ਰਿਹਾ ਹੋ ਰਹੇ ਸਨ। ਜੇਲ੍ਹ ਦਾ ਸੁਪਰਡੈਂਟ ਮਿਲਿਆ, ਕਹਿਣ ਲੱਗਾ ਭਾਈ ਸਾਹਿਬ ਤੁਹਾਨੂੰ ਸਰਦਾਰ ਭਗਤ ਸਿੰਘ ਹੋਰੀ ਮਿਲਣਾ ਚਾਹੁੰਦੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸਨ ਤੇ ਸ਼ਹੀਦੀ ਹੋਣ ਤੋਂ ਅਜੇ ਥੋੜੇ ਦਿਨ ਰਹਿੰਦੇ ਸਨ, ਫਾਂਸੀ ਦੇਣੀ ਸੀ ਉਹਨਾਂ ਨੂੰ। ਔਰ ਭਾਈ ਸਾਹਿਬ ਉਸ ਦਿਨ ਜੇਲ੍ਹ ਤੋਂ ਰਿਹਾ ਹੋ ਰਹੇ ਸਨ। ਜੇਲ੍ਹ ਸੁਪਰਡੈਂਟ ਨੇ ਕਿਹਾ ਤਾਂ ਚੱਲ ਕੇ ਤੁਸੀਂ ਮਿਲੋ। ਭਾਈ ਰਣਧੀਰ ਸਿੰਘ ਜੀ ਗਏ। ਜੇਲ੍ਹ ਸੁਪਰਡੈਂਟ ਦੇ ਨਾਲ ਜਾ ਕੇ ਭਗਤ ਸਿੰਘ ਦੀ ਕੋਠੜੀ 'ਚ ਜਾ ਕੇ ਫਤਿਹ ਗਜਾਈ। ਭਗਤ ਸਿੰਘ ਉੱਠਿਆ, ਫਤਿਹ ਬੁਲਾਈ, ਉਹਦੇ ਭਾਈ ਸਾਹਿਬ ਨੂੰ ਪੈਰੀ ਹੱਥ ਲਾਇਆ, ਸਤਿਕਾਰ ਦਿੱਤਾ, ਕਿਉਂਕਿ ਭਾਈ ਰਣਧੀਰ ਸਿੰਘ ਜੀ ਉਮਰ ਦੇ ਵਿੱਚ ਭਗਤ ਸਿੰਘ ਤੋਂ ਲਗਭਗ 25 ਸਾਲ 20 ਸਾਲ ਵੱਡੇ ਸਨ। ਔਰ ਭਗਤ ਸਿੰਘ ਆਪਣੇ ਤੋਂ ਵੱਡਿਆਂ ਦਾ, ਖਾਸ ਕਰਕੇ ਸਰਦਾਰ ਕਰਤਾਰ ਸਿੰਘ ਦੀ ਸਰਾਭਾ ਹੋਰਾਂ ਦਾ ਬਹੁਤ ਸਤਿਕਾਰ ਕਰਦਾ ਸੀ। ਉਹਨਾਂ ਦੀ ਫੋਟੋ ਵੀ ਆਪਣੀ ਜੇਬ 'ਚ ਰੱਖਿਆ ਕਰਦਾ ਸੀ ਔਰ ਕਹਿੰਦਾ ਹੁੰਦਾ ਸੀ ਵੀ ਇਹਨਾਂ ਪੁਰਾਣੇ ਸਿੰਘਾਂ ਦੇ ਕਰਕੇ ਹੀ ਮੈਨੂੰ ਪ੍ਰੇਰਣਾ ਮਿਲੀ ਹੈ, ਮੈਂ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੋਇਆ। ਪਰ ਇੱਕ ਦਿੱਕਤ ਸੀ ਕਿ ਭਗਤ ਸਿੰਘ ਦੇ ਵਿਚਾਰ ਕਾਮਰੇਡਾਂ ਵਾਲੇ ਹੋ ਚੁੱਕੇ ਸਨ। ਉਸਨੇ ਕਮਿਊਨਿਸਟਾਂ ਦੀਆਂ ਕਿਤਾਬਾਂ ਪੜ੍ਹ ਕੇ ਰੱਬ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਸੀ। ਭਾਈ ਰਣਧੀਰ ਸਿੰਘ ਜੀ ਨੇ ਗੱਲਾਂ ਬਾਤਾਂ ਕੀਤੀਆਂ ਤੇ ਪਿਆਰ ਨਾਲ ਪੁੱਛਿਆ, ਸਰਦਾਰ ਭਗਤ ਸਿੰਘ ਜੀ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਦੇਸ਼ ਭਗਤੀ ਨਾਲ ਭਰਪੂਰ ਹੋ, ਫਾਂਸੀ ਦੇ ਤਖਤੇ ਤੇ ਲਟਕਣ ਲਈ ਤਿਆਰ ਹੋ, ਪਰ ਤੁਸੀਂ ਕੇਸ ਕਿਉਂ ਘਟਾਏ? ਕੇਸ ਘਟਾਉਣ ਦਾ ਕਾਰਨ ਕੀ ਹੈ? ਭਗਤ ਸਿੰਘ ਕਹਿਣ ਲੱਗਾ ਜੀ ਕੇਸ ਘਟਾਏ ਹਨ, ਉਹਦਾ ਕਾਰਨ ਇਹ ਹੈ ਵੀ ਹਿੰਦੁਸਤਾਨ ਦੀਆਂ ਅਖਬਾਰਾਂ ਜਿਹੜੀਆਂ ਨੇ ਸਿੱਖੀ ਸਰੂਪ ਦੇ ਵਿੱਚ ਪ੍ਰਚਾਰ ਸਾਡਾ ਘੱਟ ਕਰਦੀਆਂ। ਮੀਡੀਆ ਜੋ ਹੈ ਉਹ ਸਿੱਖੀ ਸਰੂਪ ਦੇ ਵਿੱਚ ਸਾਨੂੰ ਰੋਸ਼ਨ ਨਹੀਂ ਹੋਣ ਦਿੰਦਾ, ਅੱਗੇ ਨਹੀਂ ਆਉਣ ਦਿੰਦਾ। ਇੱਕ ਤਾਂ ਇਹ ਕਾਰਨ ਹੈ। ਮੇਰੇ ਤੋਂ ਪਹਿਲਾਂ ਤੁਹਾਡੇ ਵਰਗੇ ਦੇਸ਼ ਭਗਤਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਤੁਹਾਨੂੰ ਕੋਈ ਜਾਣਦਾ ਨਹੀਂ। ਅੱਜ ਮੈਨੂੰ ਸਾਰੀ ਦੁਨੀਆ ਜਾਣਦੀ ਹੈ। ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ ਭਗਤ ਸਿੰਘ ਜੀ ਫਿਰ ਤਾਂ ਤੁਹਾਡੀ ਸੋਚ ਥੋੜੀ ਦੁਨਿਆਵੀ ਵਡਿਆਈ ਵਾਲੀ ਹੈ ਵੀ ਦੁਨਿਆਵੀ ਸ਼ੋਹਰਤ ਪਿੱਛੇ ਤੁਸੀਂ ਕੇਸ ਹਟਾ ਦਿੱਤੇ। ਉਹ ਕਹਿਣ ਲੱਗਾ ਇਹ ਗੱਲ ਨਹੀਂ ਹੈ, ਇੱਕ ਹੋਰ ਗੱਲ ਵੀ ਹੈ। ਕਹਿੰਦੇ ਦੱਸੋ? ਕਹਿੰਦੇ ਗੱਲ ਇਹ ਹੈ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਕਿਸੇ ਧਰਮ 'ਚ ਵਿਸ਼ਵਾਸ ਨਹੀਂ ਕਰਦਾ, ਮੈਨੂੰ ਪਰਮਾਤਮਾ ਤੇ ਜਾਂ ਉਹਦੇ ਧਰਮਾਂ ਉੱਤੇ ਕੋਈ ਭਰੋਸਾ ਨਹੀਂ ਹੈ। ਭਾਈ ਸਾਹਿਬ ਕਹਿਣ ਲੱਗੇ ਫਿਰ ਤਾਂ ਤੁਹਾਨੂੰ ਕੇਸ ਰਖਾਉਣ ਦਾ ਫਾਇਦਾ ਹੀ ਕੋਈ ਨਹੀਂ। ਕੇਸ ਰੱਖੇ ਹੋਣ ਭਾਵੇਂ ਨਾ ਰੱਖੇ ਹੋਣ, ਜੇ ਰੱਬ ਨੂੰ ਹੀ ਨਹੀਂ ਮੰਨਦਾ ਤਾਂ ਕੇਸ ਰੱਖਣ ਦਾ ਕੀ ਫਾਇਦਾ? ਕਿਉਂਕਿ ਕੇਸ ਤਾਂ ਰੱਖਣੇ ਆ ਵੀ ਉਹਦਾ ਭਾਣਾ ਮੰਨਣਾ, ਉਹਦੇ ਸਰੂਪ ਨੂੰ ਸਾਂਭਣਾ। ਜੇ ਉਹਨੂੰ ਹੀ ਨਹੀਂ ਮੰਨਿਆ ਤੇ ਭਾਣਾ ਕਿਹਦਾ ਮੰਨਣਾ? ਕਹਿਣ ਲੱਗਾ ਹੋਰ ਭਾਵੇਂ ਜੋ ਮਰਜ਼ੀ ਕਹੋ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਹੁਤ ਸਤਿਕਾਰ ਕਰਦਾ, ਤੁਹਾਡਾ ਵੀ ਕਰਦਾ, ਪਰ ਮੈਂ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ, ਮੈਂ ਰੱਬ ਨੂੰ ਨਹੀਂ ਮੰਨ ਸਕਦਾ, ਰੱਬ ਦੇ ਵਿੱਚ ਮੇਰਾ ਵਿਸ਼ਵਾਸ ਨਹੀਂ ਬਣ ਸਕਦਾ। ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ ਠੀਕ ਹੈ, ਜੇ ਤੁਹਾਡਾ ਰੱਬ 'ਚ ਵਿਸ਼ਵਾਸ ਨਹੀਂ ਬਣਦਾ, ਪਰ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ, ਜਰਾ ਸੋਚ ਕੇ ਜਵਾਬ ਦਿਆ ਜੀ। ਭਾਈ ਰਣਧੀਰ ਸਿੰਘ ਜੀ ਕਹਿੰਦੇ ਆ ਵੀ ਭਗਤ ਸਿੰਘ ਜੀ ਤੁਸੀਂ ਕੌਣ ਹੋ? ਇੰਨਾ ਹੀ ਬਚਣਾ ਵੀ ਤੁਸੀਂ ਕੌਣ ਹੋ? ਤੂੰ ਕੌਣ ਹੈ? ਪਹਿਲੀ ਵਾਰ ਇਸ ਬੰਦੇ ਦੇ ਸਾਹਮਣੇ ਸਵਾਲ ਆਇਆ ਵੀ ਮੈਂ ਕੌਣ ਹਾਂ। ਕਦੀ ਸੋਚਿਆ ਹੀ ਨਹੀਂ ਸੀ। ਅੱਖਾਂ ਬੰਦ ਹੋ ਗਈਆਂ। ਨਾਸਤਿਕ ਲੋਕ ਅੱਖਾਂ ਬੰਦ ਕਰਨ ਨੂੰ ਪਖੰਡ ਕਹਿੰਦੇ ਆ, ਪਰ ਜਿੰਨਾ ਚਿਰ ਅੱਖਾਂ ਬੰਦ ਨਹੀਂ ਹੁੰਦੀਆਂ ਬੰਦਾ ਅੰਦਰ ਨਹੀਂ ਦੇਖ ਸਕਦਾ, ਬਾਹਰ ਹੀ ਦੇਖੀ ਜਾਏਗਾ। ਅੱਖਾਂ ਬੰਦ ਕਰਕੇ ਨਾਮ ਜਪਣ ਦਾ ਇਹੀ ਫਾਇਦਾ ਹੈ ਵੀ ਬੰਦਾ ਆਪਣੇ ਅੰਦਰ ਦੇ ਪੁਰਨਿਆਂ ਨੂੰ, ਆਪਣੇ ਸੰਕਲਪਾਂ ਵਿਕਲਪਾਂ ਨੂੰ ਦੇਖਣ ਜੋਗਾ ਬਣ ਜਾਂਦਾ। ਗੁਰੂ ਸਾਹਿਬ ਨੇ ਅੱਖਾਂ ਬੰਦ ਕਰਨ ਦਾ ਖੰਡਨ ਉੱਥੇ ਕੀਤਾ ਜਿੱਥੇ ਕੋਈ ਪਖੰਡ ਨਹੀਂ ਕਰਦਾ ਹੋਵੇ, ਵਿਖਾਵੇ ਨਹੀਂ ਕਰਦਾ ਹੋਵੇ। ਅੱਖਾਂ ਬੰਦ ਕੀਤੀਆਂ ਪਰ ਇਹ ਸੋਚਦਾ ਹੋਵੇ ਵੀ ਲੋਕ ਮੈਨੂੰ ਮੱਥਾ ਟੇਕਣ ਵੀ ਮੈਂ ਅੱਖਾਂ ਬੰਦ ਕੀਤੀ ਹੈ, ਉੱਥੇ ਅੱਖਾਂ ਬੰਦ ਕਰਨਾ ਪਖੰਡ ਹੈ। ਪਰ ਜੇ ਕੋਈ ਆਪਣੇ ਅੰਦਰ ਦਾ ਪਾਠ ਪੜ੍ਹ ਰਿਹਾ ਹੈ, ਆਪਣੇ ਅੰਦਰ ਦਾ ਚਿੰਤਨ ਕਰ ਰਿਹਾ ਹੈ, ਤਾਂ ਅੱਖਾਂ ਬੰਦ ਕਰਨੀਆਂ ਇੱਕ ਸਾਧਨ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਔਰ ਜਦੋਂ ਬੰਦਾ ਆਪਣੇ ਬਾਰੇ ਸੋਚੇਗਾ ਮੈਂ ਕੌਣ ਹਾਂ, ਤਾਂ ਸੁਬਹ ਸੇ ਉਹਦੀ ਅੱਖ ਬੰਦ ਹੋਏਗੀ।
ਭਗਤ ਸਿੰਘ ਪਹਿਲੀ ਵਾਰ ਅੱਜ ਅੱਖਾਂ ਬੰਦ ਕੀਤੀਆਂ ਔਰ 15 ਮਿੰਟ ਅੱਖਾਂ ਬੰਦ ਕਰਕੇ ਸੋਚਦਾ ਰਿਹਾ ਇਸ ਸਵਾਲ ਦਾ ਜਵਾਬ ਮੈਂ ਕੀ ਦਿਆਂ। ਮੈਂ ਕੌਣ ਆ? ਬਾਣੀ ਕਹਿੰਦੀ ਹੈ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਬੰਦੇ ਨੂੰ ਸਵਾਲ ਪੁੱਛਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਪੁੱਛਦੇ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਤੂੰ ਕੌਣ ਹੈ ਔਰ ਕਿੱਥੋਂ ਆਇਆ? ਭਗਤ ਸਿੰਘ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਲੱਗ ਪਏ। ਸੋਚਦਾ ਰਿਹਾ 15 ਮਿੰਟ ਬਾਅਦ ਅੱਖਾਂ ਖੋਲੀਆਂ। ਕਹਿਣ ਲੱਗਾ ਭਾਈ ਸਾਹਿਬ ਜੀ ਮੈਂ ਰੱਬ ਨੂੰ ਮੰਨਦਾ, ਮੈਂ ਮੰਨ ਗਿਆ। ਕਿਉਂ? ਜਦੋਂ ਬੰਦਾ ਆਪਣੀ ਆਤਮਾ ਨੂੰ ਦੇਖੇਗਾ ਆਤਮਾ ਜੀ ਪਰਮਾਤਮਾ ਦਿਸਦਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅੰਦਰ ਖੋਜੇਗਾ ਤੇ ਪਰਮਾਤਮਾ ਮਿਲੇਗਾ। ਆਤਮ ਚੀਨ ਰਚੋ ਪਰਮਾਤਮਾ। ਆਤਮਾ ਨੂੰ ਦੇਖ ਕੇ ਪਰਮਾਤਮਾ ਦੇ ਦਰਸ਼ਨ ਹੁੰਦੇ। ਜਿੰਨਾ ਚਿਰ ਆਤਮਾ ਨੂੰ ਨਹੀਂ ਦੇਖਦਾ ਉਹਨਾਂ ਚਿਰ ਪਰਮਾਤਮਾ ਨਹੀਂ ਦਿਸਦਾ।